ਜਿਹੜੀ ਕਣਕ ਅੱਜ ਆਟਾ 25 रुपए किलो ਵਿਕ ਰਿਹਾ, ਇਹ ਆਉਣ ਵਾਲੇ ਹੋ ਸਕਦਾ 4-5 ਸਾਲ 'ਚ ਆਟਾ 100 रुपए किलो ਤੱਕ ਵਿਕ ਜਾਵੇ। ਚੁੰਕਾਰ ਅਜ਼ ਹਮਾ ਹੀਲ ਤੇ ਦਰਗੁਜਸ਼ ਹਲਾਲ ਹਸਤ ਬੁਰਦਨ ਬਾ ਸ਼ਮਸ਼ੀਰੇ ਦਸਤ। ਜਦੋਂ ਸਾਰੇ ਹੀਲੇ ਵਿਅਰਥ ਹੋ ਜਾਣ ਤਾਂ ਲੜਨਾ ਚਾਹੀਦਾ ਤੇ ਹਰ ਲੜਾਈ ਜਾਇਜ਼ ਹੈਗੀ ਹੈ। ਸਰਕਾਰ ਦੀ ਇੱਛਾ ਹੀ ਇਹੀ ਹੈ ਕਿ ਸਰਕਾਰ ਇਸ ਅੰਦੋਲਨ ਨੂੰ ਬਦਨਾਮ ਕੀਤੇ, ਕਦੀ ਖਾਲਿਸਤਾਨੀ ਕਹਿ ਕੇ, ਕਦੀ ਉਹ ਅਰਬਨ ਨਕਸਲ ਕਹਿ ਕੇ, ਕਿਉਂਕਿ ਤੁਹਾਨੂੰ ਸਭ ਨੂੰ ਪਤਾ ਆਪਾਂ ਨੂੰ ਕਿ ਅਮਾਨੀ ਅਡਾਨੀ ਹੀ ਮੋਦੀ ਨੂੰ ਜਿਹੜਾ ਸੱਤਾ ਕਕਸ਼ ਸਥਾਪਿਤ ਕਰਨ ਵਾਲੇ ਉਹੀ ਹੈਗੇ ਆ। ਉਹਨਾਂ ਦੇ ਪੈਸੇ ਨਾਲ ਹੀ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣੇ ਹੈਗੇ ਆ। ਤੋ ਜਿਹੜੇ ਇੱਦਾਂ ਦੇ ਕਦਮ ਹੈਗੇ, ਇੱਕ ਜਾਬਰ ਸਰਕਾਰੀ ਚੁੱਕ ਸਕਦੀ ਹੈ, ਜਿਹੜਾ ਲੋਕਾਂ ਨਾਲ ਕੋਈ ਹਿੱਤ ਨਹੀਂ ਹੈਗਾ, ਜਿਹੜੇ ਕਿਸੇ ਹੋਰ ਹਿੱਤਾਂ ਵਾਸਤੇ ਕੰਮ ਕਰਦੀ ਹੈਗੀ ਹੈ। ਦਿੱਲੀਏ ਦੇ ਆਲਾ ਦੇਖ ਦੇਗ 'ਚ ਉਬਲਦਾ ਨੀ, ਅਜੇ ਤੇਰਾ ਦਿਲ ਨਾ ਠਰੇ। ਦਿੱਲੀਏ ਦੇ ਆਲਾ ਦੇਖ ਦੇਗ 'ਚ ਉਬਲਦਾ ਨੀ, ਅਜੇ ਤੇਰਾ ਦਿਲ ਨਾ ਠਰੇ। ਸਕਾਈ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਕਿਰਨ ਵਸ਼ਿਸ਼ਟ। ਤੇ ਇਸ ਵੇਲੇ ਜੇਕਰ ਗੱਲ ਕੀਤੀ ਜਾਵੇ ਕਿ ਭਾਰਤ ਵਰਸ਼ ਦੇ ਵਿੱਚ ਜੋ ਲਹਿਰ ਚੱਲੀ ਹੋਈ ਆ, ਕਿਸਾਨਾਂ ਦੀ ਲਹਿਰ ਚੱਲੀ ਹੋਈ ਆ। ਬਿਲਕੁਲ ਜੇਕਰ ਗੱਲ ਕੀਤੀ ਜਾਵੇ ਕਿ ਸਵੇਰੇ ਟੀਵੀ ਔਨ ਕਰਦੇ ਸਾਰ ਤੇ ਹੱਥ 'ਚ ਅਖਬਾਰ ਆਉਂਦੇ ਸਾਰ ਸਭ ਤੋਂ ਪਹਿਲੀ ਖਬਰ ਆਉਂਦੀ ਹੈ ਕਿਸਾਨੀ ਦੀ। ਆਵੇ ਕਿਉਂ ਨਾ ਕਿਉਂ ਕਿਸਾਨ ਨੂੰ ਆਪਣਾ ਘਰ ਛੱਡ ਕੇ ਦਿੱਲੀ ਦੇ ਦਰਾਂ 'ਤੇ ਬਹਿਣਾ ਪੈ ਗਿਆ। ਸਰਕਾਰ ਤੋਂ ਜੋ ਉਮੀਦ ਸੀਗੀ ਉਹ ਉਮੀਦਾਂ ਤੋਂ ਬਿਲਕੁਲ ਉਲਟ ਸਰਕਾਰ ਉਮੀਦਾਂ ਨੂੰ ਰੋਂਦੀ ਹੋਈ ਸਾਫ਼ ਤੌਰ 'ਤੇ ਦਿਖਾਈ ਦੇ ਰਹੀ ਹੈ, ਕਿਉਂਕਿ ਕਿਸਾਨ ਆਪਣੇ ਘਰਾਂ 'ਚੋਂ ਬਾਹਰ ਨਿਕਲਣ ਲਈ ਮਜਬੂਰ ਕੀਤੇ ਨੇ ਕੇਂਦਰ ਸਰਕਾਰ ਨੇ। ਕਿਉਂਕਿ ਕਿਸਾਨਾਂ ਦਾ ਸਿਰਫ ਇੱਕੋ ਹੀ ਫਲਸਫਾ ਹੈ ਕਿ ਜੋ ਚੀਜ਼ ਅਸੀਂ ਮੰਗਦੇ ਨਹੀਂ ਸਾਨੂੰ ਧੱਕੇ ਨਾਲ ਕਿਉਂ ਦੇ ਰਹੇ ਨੇ। ਗੱਲ ਹੋ ਰਹੀ ਹੈ ਉਹੀ ਤਿੰਨੋਂ ਕਾਲੇ ਕਾਨੂੰਨਾਂ ਦੀ, ਤਿੰਨੋਂ ਆਰਡੀਨੈਂਸ ਜਿਹੜੇ ਬਣਾਏ ਗਏ ਉਹਨਾਂ ਦੀ। ਕਿਉਂਕਿ ਇਹ ਗੱਲ ਹੁਣ ਭਾਰਤ ਵਿੱਚ ਨਹੀਂ, ਭਾਰਤ ਤੋਂ ਬਾਹਰ ਵਿਦੇਸ਼ਾਂ ਵਿੱਚ ਵੀ ਚਲੀ ਗਈ ਹੈ। ਇਸ ਸਭ ਦੇ ਮੱਦੇਨਜ਼ਰ ਦੇਖਣਾ ਇਹ ਹੋਗਾ ਕਿ ਕਿਸਾਨ ਰਹਿ ਕਿਹੜੇ ਹਾਲਾਤਾਂ 'ਚ ਰਹੇ ਨੇ। ਕਿਸਾਨ ਸਾਡਾ ਜਿਹੜਾ ਅੰਨਦਾਤਾ ਹੈਗਾ, ਸਾਨੂੰ ਅੰਨ ਦਿੰਦਾ, ਉਹ ਆਪਣੇ ਹੱਕ ਲਈ ਕਿਹੜੇ ਹਾਲਾਤਾਂ ਵਿੱਚ ਟਰੈਕਟਰਾਂ ਵਿੱਚ, ਟਰਾਲੀਆਂ ਵਿੱਚ ਜਾਂ ਟਰੈਕਟਰ ਟਰਾਲੀਆਂ ਦੇ ਨੀਚੇ ਸੜਕਾਂ ਉੱਪਰ ਸੌਣ ਲਈ ਮਜਬੂਰ ਹੈ। ਇਹ ਸਭ ਕੁਝ ਜੇਕਰ ਆਮ ਨਾਗਰਿਕ ਨੂੰ ਦਿਖਾਈ ਦੇ ਰਿਹਾ ਹੈ, ਸਮਾਜ ਸੇਵੀ ਸੰਸਥਾਵਾਂ ਨੂੰ ਦਿਖਾਈ ਦੇ ਰਿਹਾ ਹੈ, ਸਰਕਾਰ ਨੂੰ ਕਿਉਂ ਨਹੀਂ ਦਿਖਾਈ ਦੇ ਰਿਹਾ? ਇਹ ਕੁਝ ਐਸੇ ਕੁਐਸਚਨ ਨੇ ਜਿਨ੍ਹਾਂ ਦਾ ਜਵਾਬ ਦੇ ਤਾਂ ਸਰਕਾਰ ਹੀ ਸਕਦੀ ਹੈ, ਲੇਕਿਨ ਇਹਦੇ ਬਾਰੇ ਰਾਏ ਲੈਣ ਲਈ ਆਪਾਂ ਕੁਛ ਬੁੱਧੀਜੀਵੀਆਂ ਕੋਲ ਜਾ ਰਹੇ ਹਾਂ, ਜਿਨ੍ਹਾਂ ਵਿੱਚੋਂ ਗੱਲ ਕੀਤੀ ਜਾਵੇ ਕਿ ਪਟਿਆਲੇ ਵਿੱਚ ਸਮਾਜ ਸੇਵਾ ਦੇ ਨਾਮ ਦੇ ਉੱਪਰ ਅਤੇ ਰਾਜਨੀਤੀ ਦੇ ਵਿੱਚ ਸੇਵਾ ਨਿਭਾ ਰਹੇ ਡਾਕਟਰ ਧਰਮਵੀਰ ਗਾਂਧੀ ਜੀ ਦਾ ਨਾਮ ਨਾ ਲਿੱਤਾ ਜਾਵੇ, ਅਜਿਹਾ ਹੋ ਨਹੀਂ ਸਕਦਾ। ਕਿਉਂਕਿ ਡਾਕਟਰ ਧਰਮਵੀਰ ਗਾਂਧੀ ਜੀ ਐਕਸ MP ਰਹੇ ਨੇ, ਜੋ ਪਟਿਆਲੇ ਨੂੰ ਵੱਡੀਆਂ ਵੱਡੀਆਂ ਦੇਣ ਦੇ ਗਏ ਨੇ, ਅਤੇ ਇਸ ਵੇਲੇ ਵੀ ਉਹ ਸੇਵਾ ਨਿਭਾ ਰਹੇ ਨੇ। ਇਸ ਸੰਘਰਸ਼ ਦੇ ਵਿੱਚ ਵੀ ਉਹਨਾਂ ਨੇ ਕਈ ਮਰੀਜ਼ਾਂ ਦੀ ਦੇਖਭਾਲ ਕੀਤੀ ਹੈ। ਉਹਨਾਂ ਨਾਲ ਗੱਲ ਕਰਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਸਕਾਈ ਨਿਊਜ਼ ਉੱਪਰ। ਬਹੁਤ ਧੰਨਵਾਦ ਜੀ। ਸਕਾਈ ਨਿਊਜ਼ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਜੀ। ਡਾਕਟਰ ਸਾਹਿਬ, ਤੁਹਾਡੇ ਨਾਲ ਰਾਜਨੀਤਿਕ ਗੱਲ ਵੀ ਕਰਾਂਗੇ, ਲੇਕਿਨ ਉਸ ਤੋਂ ਪਹਿਲਾਂ ਜਿਹੜਾ ਅੱਜ ਦਾ ਮੁੱਦਾ ਬੜਾ ਗੰਭੀਰ ਹੈਗਾ। 2 ਮਹੀਨੇ ਲਗਾਤਾਰ ਸੰਘਰਸ਼ ਨੂੰ ਹੋ ਗਏ। ਹਾਲਾਂਕਿ ਜੂਨ 'ਚ ਸ਼ੁਰੂ ਹੋਇਆ ਸੀਗਾ, ਗਰਮੀਆਂ 'ਚ ਸ਼ੁਰੂ ਹੋਇਆ ਜਦੋਂ ਪੂਰੀ ਤਪਦੀ ਗਰਮੀ ਸੀਗੀ, ਅਤੇ ਹੁਣ ਲੂ ਪੈ ਰਹੀ ਹੈ। ਹੁਣ ਜਿਹੜੀ ਰਾਤ ਦੀ ਕੜਕਦੀ ਠੰਡ ਹੈਗੀ ਹੈ, ਤਰੇਲ ਹੈਗੀ ਹੈ, ਉਹਦੇ 'ਚ ਕਿਸਾਨ ਬੈਠੇ ਨੇ। ਸਰਕਾਰ ਨੂੰ ਕੁਝ ਦਿਖਾਈ ਨਹੀਂ ਦੇ ਰਿਹਾ। ਦੇਖੋ ਜੀ, ਸਰਕਾਰ ਨੇ ਜਿਸ ਢੀਠਤਾਈ ਨਾਲ ਔਰ ਜਿੰਨੇ ਮਤਲਬ ਆਪਣੇ ਵੱਲੋਂ ਜਿੰਨੀ ਦ੍ਰਿੜਤਾ ਨਾਲ ਨੇਚਾ ਕਰਕੇ, ਯਾਨੀ ਕਿ ਪਹਿਲੀ ਗੱਲ ਤਾਂ ਹੈ ਕਿ ਆਰਡੀਨੈਂਸ ਲਿਆਉਣ ਵਾਲੀ ਕੋਈ ਲੋੜ ਨਹੀਂ ਸੀਗੀ। ਆਰਡੀਨੈਂਸ ਉਦੋਂ ਲਿਆਂਦੇ ਜਾਂਦੇ ਜਦੋਂ ਐਮਰਜੈਂਸੀ ਹਾਲਤਾਂ ਹੁੰਦੀਆਂ, ਕੋਈ ਕੁਦਰਤੀ ਆਫਤ ਆ ਗਈ, ਕੋਈ ਦੇਸ਼ 'ਤੇ ਹਮਲਾ ਹੋ ਗਿਆ, ਤਾਂ ਆਰਡੀਨੈਂਸ ਦੀ ਫਾਰਮ 'ਚ ਕੋਈ ਕਾਨੂੰਨ ਲਿਆਂਦਾ ਜਾਂਦਾ ਹੈਗਾ। ਇੱਕ ਆਮ ਕਾਨੂੰਨ ਸੀਗਾ, ਖੇਤੀ ਸੁਧਾਰ ਬਿੱਲ ਸੀਗੇ। ਉਹਦੇ ਵਾਸਤੇ ਪੂਰੀ ਪਾਰਲੀਮੈਂਟ 'ਚ ਵੀ, ਲੋਕ ਸਭਾ 'ਚ ਵੀ, ਰਾਜ ਸਭਾ 'ਚ ਵੀ, ਅਤੇ ਜਿਹੜੇ ਸਟੇਕ ਹੋਲਡਰ ਸੀ ਜਿਨ੍ਹਾਂ ਦਾ ਕਾਨੂੰਨ ਦਾ ਅਸਰ ਪੈਣਾ ਸੀਗਾ, ਕਿਸਾਨ ਜਥੇਬੰਦੀਆਂ, ਆੜ੍ਹਤੀਏ ਜਾਂ ਮਤਲਬ ਵਪਾਰੀ, ਜਾਂ ਜਿਹੜੇ ਖੇਤ ਮਜ਼ਦੂਰ, ਜਿਹੜੇ ਕਿਸਾਨ, ਜਿਹੜੇ ਮੰਡੀਆਂ ਕਰਨ ਵਾਲੇ ਮਜ਼ਦੂਰ ਨੇ, ਉਹਨਾਂ ਦੀ ਜਥੇਬੰਦੀਆਂ, ਅਤੇ ਜਿਹੜੇ ਟਰਾਂਸਪੋਰਟ ਲੱਗੇ ਨੇ ਲੋਕੀ ਖੇਤੀ ਜਿਨਸਾਂ ਦੀ, ਉਹਦੇ ਵਿੱਚ ਉਹਨਾਂ ਲੋਕਾਂ ਦੀ ਨੁਮਾਇੰਦਗੀ ਦੇ ਵਿੱਚ ਜੋ ਯੂਨੀਅਨਾਂ ਚੱਲਦੀਆਂ ਹੈਗੀਆਂ, ਉਹਨਾਂ ਸਭ ਨਾਲ ਰਾਏ ਮਸ਼ਵਰਾ ਕਰਕੇ ਕਾਨੂੰਨ ਲਿਆ ਜਾਂਦਾ ਜਾਣਾ ਚਾਹੀਦਾ ਸੀ। ਇਹਦੇ ਵਾਸਤੇ ਆਰਡੀਨੈਂਸ ਲਿਆਉਣ ਦੀ ਕੀ ਲੋੜ ਸੀ? ਇਸ ਗੱਲ 'ਤੇ ਸੋਚਣਾ ਬਹੁਤ ਜ਼ਰੂਰੀ ਹੈ। ਆਰਡੀਨੈਂਸ ਇਸ ਕਰਕੇ ਲਿਆਂਦਾ ਗਿਆ ਕਿ ਇਹਦੀ ਥੋੜ੍ਹੀ ਮਹੱਤਵਪੂਰਨ ਗੱਲ ਹੈਗੀ ਹੈ ਕਿ ਜਿਹੜੀ ਕਰੋਨਾ ਸੰਕਟ ਹੈ, ਇਹਨੇ ਇੱਕ ਗੱਲ ਸਾਬਤ ਕਰ ਦਿੱਤੀ ਹੈ ਕਿ ਜਿੱਥੇ ਸਰਵਿਸ ਸੈਕਟਰ ਜਿਹੜਾ ਹੈਗਾ ਉਹ, ਜਿੱਥੇ ਜਿਹੜਾ ਮੈਨੂਫੈਕਚਰਿੰਗ ਸੈਕਟਰ ਹੈ ਉਹ, ਜਾਂ ਜਿਹੜੇ ਬਾਕੀ ਇਕੋਨਮੀ ਦੇ ਸੈਕਟਰ ਹੈ, ਉਹ ਸਾਰੇ ਜਾਂ ਤਾਂ ਗਿਰਾਵਟ 'ਚ ਨੇ। ਹਿੰਦੁਸਤਾਨ 'ਚ ਮੈਨੂਫੈਕਚਰਿੰਗ 23%,
ਸਰਵਿਸ ਸੈਕਟਰ 21% ਗਿਰਾਵਟ ਚੱਲਦਾ ਪਿਆ। ਸਿਰਫ ਖੇਤੀ ਦਾ ਸੈਕਟਰ ਇੱਕ ਅਜਿਹਾ ਸੈਕਟਰ ਹੈ ਜਿਹੜਾ ਮਤਲਬ GDP ਦੀ ਜਿਹੜੀ ਦਰ ਹੈਗੀ ਹੈ ਉਹ 3% ਹੈ, ਬਾਕੀ ਸਾਰੇ ਮਾਈਨਸ 'ਚ ਨੇ। ਸੋ ਇਹਦਾ ਮਤਲਬ ਹੈ ਕਿ ਕਰੋਨਾ ਨੇ ਇਹ ਗੱਲ ਸਾਬਤ ਕਰ ਦਿੱਤੀ ਕਿ ਆਉਣ ਵਾਲਾ ਜੋ ਸੰਸਾਰ ਹੈਗਾ ਉਹਦੇ 'ਚ ਆਰਥਿਕਤਾ ਦੀ ਵੀ ਅਤੇ ਵਪਾਰ ਦੀ ਵੀ ਅਤੇ ਜਿਹੜੀ ਸਨਅਤ ਹੈਗੀ ਸਾਰੇ ਕਾਸੇ ਦੀ ਇੱਕ ਨਵੀਂ ਵਿਉਂਤਬੰਦੀ ਹੋਣੀ ਹੈ, ਜਿਹਨੂੰ ਕਹਿੰਦੇ ਆ ਕਿ ਰੀਆਰਗਨਾਈਜ਼ ਹੋਣਾ ਹੈਗਾ ਹੈ ਇੱਕ ਦੁਨੀਆ ਨੇ। ਅਤੇ ਉਸ ਜਿਹੜੀ ਨਵੀਂ ਜਿਹੜੀ ਸੰਸਾਰ ਨੇ ਜਥੇਬੰਦ ਹੋਣਾ ਹੈਗਾ ਉਹਦੇ ਖੇਤੀਬਾੜੀ ਦਾ ਬੜਾ ਮਹੱਤਵਪੂਰਨ ਯੋਗਦਾਨ ਹੈਗਾ ਹੈ, ਕਿਉਂਕਿ ਲੋਕਾਂ ਨੇ ਦੇਖ ਲਿਆ ਕਿ ਇਸ ਸਮੇਂ ਦੌਰਾਨ ਅਤੇ ਹੁਣ ਤੱਕ ਬੰਦਾ ਕਾਰ ਨਹੀਂ ਖਰੀਦ ਰਿਹਾ, ਬੰਦੇ ਨੂੰ ਮਤਲਬ ਫਰਿੱਜ ਨਹੀਂ ਖਰੀਦੂਗਾ, ਬੰਦਾ ਮੋਟਰਸਾਈਕਲ ਨਹੀਂ ਖਰੀਦੂਗਾ, ਬੰਦਾ AC ਨਹੀਂ ਖਰੀਦੂਗਾ, ਬੰਦਾ ਹੋਰ ਐਸ਼ੋ-ਆਰਾਮ ਚੀਜ਼ ਨਹੀਂ ਖਰੀਦੂਗਾ। ਪਰ ਦੁਨੀਆ ਦੀ 7 ਅਰਬ 700 ਕਰੋੜ ਆਬਾਦੀ ਰੋਜ਼ 3 ਟਾਈਮ ਰੋਟੀ ਜ਼ਰੂਰ ਭਾਲੂਗੀ, ਦੁੱਧ ਜ਼ਰੂਰ ਭਾਲੂਗੀ, ਸਬਜ਼ੀਆਂ ਜ਼ਰੂਰ ਭਾਲੂਗੀ, ਦਾਲਾਂ ਜ਼ਰੂਰ ਭਾਲੂਗੀ, ਜਾਂ ਉਹ ਮਤਲਬ ਮੀਟ ਅੰਡਾ ਜਾਂ ਜੋ ਵੀ ਉਹਦੇ ਸ਼ੌਕ ਹੈਗੇ ਖਾਣ ਪੀਣ ਦੇ ਉਹ ਜ਼ਰੂਰ ਪੂਰੇ ਕਰੂਗੀ। ਉਹ ਤੋਂ ਬਗੈਰ ਦੁਨੀਆ ਚੱਲ ਨਹੀਂ ਸਕਦੀ, ਬੰਦਾ ਨਹੀਂ ਚੱਲ ਸਕਦਾ ਹੈਗਾ। ਸੋ ਇਸ ਪਰ ਡਾਕਟਰ ਸਾਹਿਬ ਇਹ ਤਾਂ ਫਿਰ ਗੱਲ ਇਹ ਹੋ ਗਈ ਵੀ ਸਰਕਾਰ ਤੁਹਾਡੇ ਖਾਣੇ ਪੀਣੇ ਤੇ ਵੀ ਨਿਗਾਹ ਲਾਈ ਬੈਠੀ ਹੈ। ਨੈਚੁਰਲੀ ਦੇਖੋ, ਜੋ ਇਹ ਸੰਕਟ ਹੈ ਇਹਨੇ ਜੋ ਪੈਦਾ ਕੀਤਾ ਹੈਗਾ, ਜੋ ਇਹਦੇ ਸਾਹਮਣੇ ਲਿਆਂਦਾ ਉਹ ਲਿਆਂਦਾ ਕਿ ਦੁਨੀਆ ਦੀ 7 ਅਰਬ ਆਬਾਦੀ ਨੂੰ ਆਉਣ ਵਾਲੇ ਸਮੇਂ 'ਚ ਖੁਰਾਕੀ ਤੱਤਾਂ ਦੀ ਲੋੜ ਹੈ, ਖੁਰਾਕੀ ਪਦਾਰਥਾਂ ਦੀ ਲੋੜ ਹੈਗੀ ਹੈ। ਅਤੇ ਦੁਨੀਆ ਦਾ 70% ਏਰੀਆ ਇੱਦਾਂ ਦਾ ਜਿੱਥੇ ਜਾਂ ਤਾਂ ਬਰਫਾਂ ਜੰਮੀਆਂ ਹੋਈਆਂ ਜਾਂ ਰੇਗਿਸਤਾਨ ਨੇ। ਪੰਜਾਬ ਵਰਗੇ ਏਰੀਏ ਜਿੱਥੇ ਚਾਰੇ ਫਸਲਾਂ ਹੁੰਦੀਆਂ ਨੇ, ਜਿੱਥੇ ਪਾਣੀ ਦੀ ਸ਼ਰਸ਼ਾਰ ਹੈਗੀ ਹੈ, ਜਿੱਥੇ ਮਤਲਬ ਹਰ ਫਸਲ ਉੱਗਦੀ ਹੈਗੀ ਹੈ, ਜਿੱਥੇ ਮੌਸਮ ਬਹੁਤ ਵਧੀਆ ਹੈਗਾ, ਬਹੁਤ ਘੱਟ ਖਿੱਤੇ ਨੇ। ਤੁਸੀਂ ਅੰਦਾਜ਼ਾ ਲਾ ਲਓ ਕਿ 2% ਜ਼ਮੀਨ ਹੈ ਪੰਜਾਬ ਕੋਲ ਹਿੰਦੁਸਤਾਨ ਦੀ, ਅਤੇ ਸਾਰੇ ਮੁਲਕ ਨੂੰ ਮੋਟੇ ਅਨਾਜਾਂ ਦੀ ਪੈਦਾਵਾਰ 'ਚ ਆਤਮ ਨਿਰਭਰ ਕਰਤਾ ਸਾਡੇ ਇਕੱਲੇ ਪੰਜਾਬ ਨੇ। ਹਰਿਆਣੇ ਨੂੰ ਪਾਸੇ ਛੱਡ ਦਿਓ, ਤੁਸੀਂ ਹਰਿਆਣਾ ਪੰਜਾਬ ਇਕੱਠਾ ਮੰਨ ਲਓ ਤਾਂ ਵੀ 70ਵੇਂ ਜਿੱਥੇ ਮੁਲਕ ਅਨਾਜ ਮੰਗਦਾ ਸੀਗਾ ਠੂਠਾ ਫੜ ਕੇ ਦੁਨੀਆ 'ਚ ਅੰਡਰ PL 480 ਬੜਾ ਸ਼ਰਮਨਾਕ ਸ਼ਰਤਾਂ ਸੀਗੀਆਂ ਉਹਦੀਆਂ, ਅਮਰੀਕਾ ਕੋਲ ਅਨਾਜ ਲੈਂਦਾ ਸੀਗਾ ਅਤੇ ਉੱਥੇ ਮੰਨ ਕੇ ਆਉਂਦਾ ਸੀਗਾ, ਸ਼ਰਮਨਾਕ ਸਮਝੌਤੇ ਕਰਕੇ ਆਉਂਦਾ ਸੀਗਾ, ਅਤੇ ਅੱਜ ਉਹ ਹਿੰਦੁਸਤਾਨ ਨੂੰ ਐਕਸਪੋਰਟ ਕਰਨ ਲਾ ਦਿੱਤਾ ਪੰਜਾਬ ਨੇ। ਨਹੀਂ, ਜੇਕਰ ਗੱਲ ਕੀਤੀ ਜਾਵੇ ਇੰਨਾ ਸਾਰਾ ਕੁਝ ਤੁਹਾਨੂੰ ਵੀ ਪਤਾ, ਸਰਕਾਰਾਂ ਨੂੰ ਵੀ ਪਤਾ ਹੋਏਗਾ। ਜੇਕਰ ਗੱਲ ਕੀਤੀ ਜਾਵੇ ਕਿਸੇ ਵੀ ਮੂਵਮੈਂਟ ਦੀ, ਪਗੜੀ ਸੰਭਾਲ ਜੱਟਾ ਆਈ, ਹਰਿਤ ਕ੍ਰਾਂਤੀ ਆਈ, ਸਾਰੇ ਪੰਜਾਬ 'ਚੋਂ ਨਿਕਲੀ ਆ। ਆਹ ਕ੍ਰਾਂਤੀ ਵੀ ਪੰਜਾਬ ਦੀ ਹੈਗੀ ਹੈ। ਜਦੋਂ ਸਾਰੀਆਂ ਪਿਛਲੀਆਂ ਮਿਸਾਲਾਂ ਨੇ ਫਿਰ ਵੀ ਸਰਕਾਰ ਨੂੰ ਸਮਝ ਨਹੀਂ ਆ ਰਹੀ। ਦੇਖੋ, ਪੰਜਾਬ 'ਚੋਂ ਇਸ ਕ੍ਰਾਂਤੀ ਦਾ ਆਉਣਾ ਲਾਜ਼ਮੀ ਸੀਗਾ, ਕਿਉਂਕਿ ਪੰਜਾਬ ਦੀ ਜਿਹੜੀ ਬਿਰਤੀ ਹੈਗੀ ਹੈ ਇਹ ਹਮੇਸ਼ਾ ਬਾਗੀਆਨਾ ਬਿਰਤੀ ਰਹੀ ਹੈ। ਧਾਰਮਿਕ ਜੇ ਖੇਤਰਾਂ ਦੀ ਗੱਲ ਕਰਨੀ ਹੋਵੇ, ਬਾਬੇ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ, ਬਾਬੇ ਨਾਨਕ ਨੇ ਜਿਹੜੀ ਸਮੇਂ ਦੀ ਜਿਹੜੀ ਰਾਜਸੀ ਸੱਤਾ ਸੀ ਬਾਬਰ ਦੀ, ਸਮੇਂ ਦੀ ਜੋ ਮਲਕ ਭਾਗੋਂ ਦੀ ਸੱਤਾ ਸੀਗੀ, ਸਮਾਜਿਕ ਸੱਤਾ, ਜੋ ਧਾਰਮਿਕ ਸੱਤਾ ਸੀ ਪੰਡਤਾਂ ਮਲਾਣਿਆਂ ਦੀ, ਤਿੰਨਾਂ ਨੂੰ ਚੈਲੰਜ ਕੀਤਾ। ਪਾਪ ਦੀ ਜਨ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨਵੇ ਲਾਲੋ, ਰਾਜੇ ਸ਼ੀਂਹ ਮੁਕੱਦਮ ਕੁੱਤੇ, ਜਾਏ ਜਗਾਇਣ ਬੈਠੇ ਸੁੱਤੇ। ਅਤੇ ਜਿਹੜੇ 10 ਗੁਰੂ ਸੀਗੇ ਉਹਨਾਂ ਨੇ ਆਪਣੇ ਸਮੇਂ ਦੀ ਸਰਕਾਰਾਂ ਨੂੰ ਟੱਕਰ ਲੈਂਦੇ ਹੋਏ ਜਾਂ ਸਮਾਜ ਵਿਚਰਦੇ ਹੋਏ 10ਵੇਂ ਗੁਰੂ ਤੱਕ ਜਾਂਦੇ ਜਾਂਦੇ ਚੁੰਕਾਰ ਅਜ਼ ਹਮਾ ਹੀਲ ਤੇ ਦਰਗੁਜਸ, ਹਲਾਲ ਹਸਤ ਬੁਰਦਨ ਬਾ ਸ਼ਮਸ਼ੀਰੇ ਦਸਤ। ਜਦੋਂ ਸਾਰੇ ਹੀਲੇ ਵਿਅਰਥ ਹੋ ਜਾਣ ਤਾਂ ਲੜਨਾ ਚਾਹੀਦਾ, ਅਤੇ ਹਰ ਲੜਾਈ ਜਾਇਜ਼ ਹੈਗੀ ਹੈ। ਸੋ ਇਹ ਪੰਜਾਬ ਦਾ ਵਿਰਸਾ ਹੈਗਾ, ਭਗਤ ਸਰਾਭੇ ਦਾ ਵਿਰਸਾ ਹੈਗਾ, ਗਦਰੀ ਬਾਬਿਆਂ ਦਾ ਵਿਰਸਾ ਹੈਗਾ, ਬੱਬਰ ਅਕਾਲੀ ਲਹਿਰ ਦਾ ਵਿਰਸਾ ਹੈਗਾ, ਕੂਕਾ ਲਹਿਰ ਦਾ ਵਿਰਸਾ ਹੈਗਾ। ਪੰਜਾਬ ਦਾ ਹਮੇਸ਼ਾ ਇੱਕ ਬਾਗੀਆਨਾ ਸੁਰ ਰਹੀ ਪੰਜਾਬ ਦੀ, ਔਰ ਘੱਟੋ ਘੱਟ ਪੰਜਾਬ ਨੇ ਕਦੀ ਅੱਜ ਤੱਕ ਈਨ ਨਹੀਂ ਮੰਨੀ ਇਸ ਤਰ੍ਹਾਂ। ਹਿੰਦੁਸਤਾਨ ਦੀ ਗੱਲ ਹੋਰ ਹੈ, ਕੁਛ ਹੋਰ ਕੌਮਾਂ ਵੀ ਹੋਣਗੀਆਂ, ਪਰ ਉਹ ਘੱਟੋ ਘੱਟ ਪੰਜਾਬੀ ਕੌਮ ਇੱਦਾਂ ਦੀ ਕੌਮ ਹੈ, ਖਾਸ ਤੌਰ 'ਤੇ ਜੋ ਮਤਲਬ ਪੰਜਾਬ ਦਾ ਜੋ ਧਾਰਮਿਕ ਵਿਰਸਾ ਹੈਗਾ ਉਹਦੀ ਖੂਬੀ ਰਹੀ, ਖਾਸੀਅਤ ਰਹੀ ਹੈ ਕਿ ਉਹਨੇ ਕਦੇ ਵੀ ਸਮੇਂ ਦੇ ਹਾਕਮਾਂ ਦੀ ਈਨ ਨਹੀਂ ਮੰਨੀ, ਚਾਹੇ ਹਾਕਮ ਉਹ ਮੁਲਕ ਮੁਸਲਿਮ ਇਨਵੇਡਰਸ ਹੋਣ, ਚੰਗੇਜ਼ ਖਾਨ ਤੋਂ ਲੈ ਕੇ ਸਾਰੇ ਜਿਹੜੇ ਉੱਧਰੋਂ ਆਏ ਨੇ ਹੈਗਾ, ਦੁਰਾਨੀ ਹੋ ਰਿਹਾ, ਫਲਾਨਾ ਅਬਦਾਲੀ ਹੋਇਆ, ਅਤੇ ਚਾਹੇ ਉਸ ਤੋਂ ਬਾਅਦ ਅੰਗਰੇਜ਼ਾਂ ਵੇਲੇ ਵੀ ਸਭ ਤੋਂ ਅਖੀਰ ਪੰਜਾਬ ਕਾਬੂ ਆਇਆ ਸੀ, ਉਹ ਵੀ ਆਪਣੀ ਗਲਤੀ ਕਰਕੇ ਆਇਆ ਸੀਗਾ। ਅਤੇ ਚਾਹੇ ਉਸ ਤੋਂ ਬਾਅਦ ਲਗਾਤਾਰ ਪੰਜਾਬ ਹਿੰਦੁਸਤਾਨ ਦੀ ਜੋ ਮੌਜੂਦਾ ਸਰਕਾਰ ਹੈ ਆਪਣੇ ਹੱਕਾਂ ਬਾਰੇ, ਚਾਹੇ ਪੰਜਾਬੀ ਸੂਬਾ ਹੈਗਾ, ਚਾਹੇ ਉਹ ਐਮਰਜੈਂਸੀ ਖਿਲਾਫ ਮੋਰਚਾ ਹੈਗਾ, ਚਾਹੇ ਉਹ ਪਾਣੀ ਖਿਲਾਫ ਮੋਰਚੇ ਹੈਗੇ, ਆਪਣੇ ਹੱਕਾਂ ਵਾਸਤੇ ਲਗਾਤਾਰ ਪੰਜਾਬ ਜੂਝਦਾ ਆਇਆ ਜੀ। ਡਾਕਟਰ ਸਾਹਿਬ ਬਿਲਕੁਲ ਸਹੀ ਕਿਹਾ ਕਿ ਇਹੀ ਸਾਰਾ ਕੁਝ ਦੇਖਦੇ ਹੋਏ ਹੁਣ ਗੁਰੂ ਕੀ ਲਾਡਲੀ ਫੌਜਾਂ ਵੀ ਉੱਥੇ ਡਟ ਗਈਆਂ ਨੇ। ਬਿਲਕੁਲ। ਲੇਕਿਨ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਸਵਾਲ ਉੱਥੇ ਆ ਜਾਂਦਾ ਕਿ ਸਰਕਾਰ ਨੂੰ ਸਮਝ ਨਹੀਂ ਆ ਰਹੀ ਕਿ ਆਖਰ ਇਹ ਕਰ ਕੀ ਰਹੀ ਹੈ। ਜੇ ਸਾਡੇ ਪੰਜਾਬੀਆਂ ਦੀ ਗੱਲ ਹੈ, ਇਹ ਵਾਕਈ ਇਹਨਾਂ ਦੇ ਜਿਹੜੇ ਉੱਪਰ ਇਹ ਜਿਹਾ ਤਸ਼ੱਦਦ ਕਰਨਾ ਚਾਹੁੰਦੀ ਹੈ ਕਿ ਉਹ ਨੌਬਤ ਆਵੇ ਕਿ ਲੜਾਈ ਝਗੜੇ ਦਾ ਮਾਹੌਲ ਬਣੇ। ਬਿਲਕੁਲ, ਸਰਕਾਰ ਤਾਂ ਚਾਹੁੰਦੀ ਹੈ ਕਿ ਉਹਨਾਂ ਨੂੰ ਮੌਕਾ ਮਿਲੇ ਇਸ ਲਹਿਰ ਨੂੰ ਹਿੰਸਾ ਨਾਲ ਕੁਚਲਣ ਦਾ, ਪਰ ਜੋ ਪੰਜਾਬ ਦੀ ਲੀਡਰਸ਼ਿਪ ਹੈ, ਜੋ ਮਤਲਬ ਪੰਜਾਬ ਦੀ ਜੋ ਅਗਵਾਈ ਕਰਦੇ ਨੇ ਲੋਕ, ਉਹਨਾਂ ਨੇ ਹੁਣ ਤੱਕ ਅੰਦੋਲਨ ਨੂੰ ਜਿਸ ਤਰ੍ਹਾਂ ਸ਼ਾਂਤਮਈ ਰੱਖਿਆ ਹੋਇਆ। ਤੁਸੀਂ ਜਾਣਦੇ ਹੋ ਤੁਸੀਂ ਸਾਹਮਣੇ ਸਾਰ ਜਾਣਦੇ ਹੋ, ਤੁਹਾਨੂੰ ਕੀ ਗੁੱਝਾ ਕਿ ਪੰਜਾਬ ਵਿੱਚ 2.5 ਮਹੀਨੇ ਅੰਦੋਲਨ ਚੱਲਿਆ, ਇੱਕ ਪੱਤਾ ਤੱਕ ਨਹੀਂ ਤੋੜਿਆ, ਇੱਕ ਬੱਟਾ ਤੱਕ ਨਹੀਂ ਮਾਰਿਆ, ਗੌਰਮੈਂਟ ਦੀ 1 ਰੁਪਏ ਦੀ ਪ੍ਰੋਪਰਟੀ ਤੱਕ ਨਿਸ਼ਾਨੀ ਨਹੀਂ ਗਈ। ਹੁਣ ਦਿੱਲੀ ਬੈਠੇ ਨੇ,
ਜੀ ਪਾਠ ਕਰਦੇ ਨੇ, ਆਰਾਮ ਨਾਲ ਆਪਣੇ ਬੈਠੇ ਨੇ, ਆਪਣੇ ਸੰਘਰਸ਼ ਕਰਦੇ ਨੇ, ਪਰ ਕੋਈ ਸਰਕਾਰੀ ਨੁਕਸਾਨ ਪ੍ਰੋਪਰਟੀ ਕੋਈ ਨੁਕਸਾਨ ਨਹੀਂ ਕੋਈ ਕੀਤਾ ਹੈਗਾ। ਸੋ ਸਰਕਾਰ ਤੇ ਇੱਛਾ ਹੀ ਇਹੀ ਹੈ ਕਿ ਸਰਕਾਰ ਇਸ ਅੰਦੋਲਨ ਨੂੰ ਬਦਨਾਮ ਕੀਤਾ, ਕਦੀ ਖਾਲਿਸਤਾਨੀ ਕਹਿ ਕੇ, ਕਦੀ ਉਹ ਅਰਬਨ ਨਕਸਲ ਕਹਿ ਕੇ, ਕਦੀ ਕੋਈ ਹੋਰ ਲਕੋ ਲਾ ਕੇ ਉਹ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਨੇ ਅਤੇ ਸਾਨੂੰ ਪਾੜਨ ਦੀ ਵੀ ਕੋਸ਼ਿਸ਼ ਕਰਦੇ ਨੇ। ਸੋ ਇਹ ਸਰਕਾਰਾਂ ਦੀ, ਪਰ ਹੁਣ ਜਿੰਨਾ ਪ੍ਰੈਸ਼ਰ ਬਣਦਾ ਪਿਆ ਹੈਗਾ, ਚਾਹੇ ਉਹ ਇੰਟਰਨੈਸ਼ਨਲ ਕਮਿਊਨਿਟੀ ਦਾ ਹੈਗਾ, ਚਾਹੇ ਮਿਸਟਰ ਟਰੂਡੋ ਬੋਲੇ ਹੁਣ ਕਿ ਬਈ ਕਿਸਾਨਾਂ ਦਾ ਹੱਕ ਹੈਗਾ ਸ਼ਾਂਤਪੂਰਵਕ ਢੰਗ ਨਾਲ ਸੰਘਰਸ਼ ਕਰਨਾ, ਖਾਸ ਤੌਰ 'ਤੇ ਜੋ ਹਰਿਆਣੇ ਸਾਡੇ ਨਾਲ ਹੋਇਆ ਹੈਗਾ, ਅਤੇ ਚਾਹੇ ਉਹ ਮਿਸਿਸ ਜਿਹੜੀ ਕਮਲਾ ਹੈਰਿਸ ਹੈਗੀ ਅਮਰੀਕਨ ਵਾਈਸ ਪ੍ਰੈਜ਼ੀਡੈਂਟ ਬੋਲੀ ਹੋਵੇ, ਚਾਹੇ ਉਹ ਮਤਲਬ ਨਿਊਜ਼ੀਲੈਂਡ, ਚਾਹੇ ਜਰਮਨੀ 'ਚ, ਚਾਹੇ ਉਹ ਆਸਟ੍ਰੇਲੀਆ 'ਚ, ਚਾਹੇ ਅਮਰੀਕਾ 'ਚ ਬਹੁਤ ਵੱਡੇ ਵੱਡੇ ਮੁਜ਼ਾਹਰੇ ਹੋਏ ਹੋਣ ਭਾਰਤੀ ਰਾਜਦੂਤਾਂ ਦੇ ਮੂਹਰੇ। ਸੋ ਇੱਕ ਕੌਮਾਂਤਰੀ ਪ੍ਰੈਸ਼ਰ ਵੀ ਬਣਦਾ ਜਾ ਰਿਹਾ ਹੈਗਾ, ਪਰ ਉਸ ਗੱਲ ਦੇ ਸਭ ਕੁਛ ਦੇ ਬਾਵਜੂਦ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ, ਕਿਉਂਕਿ ਸਰਕਾਰ ਖੇਤੀਬਾੜੀ ਵਰਗੇ ਵੱਡੇ ਸੈਕਟਰ ਨੂੰ ਜਿੱਥੇ ਮੁਨਾਫਿਆਂ ਦੀ ਬਹੁਤ ਮਤਲਬ ਅੰਤਾਂ ਦੇ ਮੁਨਾਫੇ ਹੋਣ ਵਾਲੇ ਹੈਗੇ ਆ ਆਉਣ ਵਾਲੇ ਸਮੇਂ ਵਿੱਚ, ਉਹਨੂੰ ਕਾਰਪੋਰੇਟ ਆਪਣੇ ਉਹਨਾਂ ਚਹੇਤੇ ਨੇ ਅਣਵਾਨੀ ਅਡਾਨੀ ਵਰਗੇ, ਉਹਨਾਂ ਨੂੰ ਦੇਣ 'ਤੇ ਆਮਾਦਾ ਹੈਗੀ ਆ, ਉਹਨਾਂ ਨੂੰ ਦੇਣ 'ਤੇ ਤੁਲੀ ਹੋਈ ਹੈਗੀ ਹੈ, ਕਿਉਂਕਿ ਤੁਹਾਨੂੰ ਸਭ ਨੂੰ ਪਤਾ ਆਪਾਂ ਨੂੰ ਕਿ ਅਮਾਨੀ ਅਡਾਨੀ ਹੀ ਮੋਦੀ ਨੂੰ ਜਿਹੜਾ ਸੱਤਾ ਕਕਸ਼ ਸਥਾਪਿਤ ਕਰਨ ਵਾਲੇ ਉਹੀ ਹੈਗੇ ਆ, ਉਹਨਾਂ ਦੇ ਪੈਸੇ ਨਾਲ ਹੀ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣੇ ਹੈਗੇ ਆ। ਬਿਲਕੁਲ ਹੋ ਸਕਦਾ ਜੋ ਗੱਲ ਤੁਹਾਡੀ ਠੀਕ ਕਹਿ ਰਹੇ ਹੋ ਠੀਕ ਹੋਵੇ, ਲੇਕਿਨ ਇਸ ਸਭ ਦੇ ਵਿੱਚ ਇੱਕ ਬੜਾ ਕੁਐਸਚਨ ਜਿਹੜਾ ਹੈਗਾ ਮੇਰੇ ਦਿਮਾਗ 'ਚ ਘੁੰਮ ਰਿਹਾ, ਪਹਿਲਾਂ ਵੀ ਮੈਂ ਕਈ ਵਾਰੀ ਕੀਤਾ ਹੈਗਾ, ਕਿ ਕੋਈ ਹੈਜੀਟੇਸ਼ਨ ਹੁੰਦੀ ਹੈ, ਜਿਵੇਂ ਤੁਸੀਂ ਕੈਨੇਡਾ ਦੀ ਗੱਲ ਕੀਤੀ ਜਾਂ ਬਾਹਰਲੇ ਵਿਦੇਸ਼ਾਂ 'ਚ ਹੈਜੀਟੇਸ਼ਨ ਹੋਈ ਹੈਗੀ ਹੈ, ਉੱਥੇ ਕਿਸੇ ਸਰਕਾਰ ਨੇ ਅਜਿਹਾ ਕੀਤਾ ਕਿ ਰਾਜਮਾਰਗ ਖੋਦਤਾ ਹੋਵੇ ਰਾਹ ਰੋਕਣ ਵਾਸਤੇ? ਨਹੀਂ, ਬਿਲਕੁਲ ਨਹੀਂ। ਇਹ ਤਾਂ ਦੇਖੋ ਉਹਦੀ ਸਰਕਾਰ ਖੁਦ ਆਪਣੀ ਜਿਹੜੀ ਪ੍ਰੋਪਰਟੀ ਆ ਉਹਨੂੰ ਨੁਕਸਾਨ ਪਹੁੰਚਾ ਰਹੀ। ਅੱਜ ਕੱਲ੍ਹ ਇਲਜ਼ਾਮ ਲੋਕਾਂ ਦੇ ਲੱਗਦੇ ਨੇ ਅਕਸਰ, ਪਰ ਦੇਖੋ ਤੁਸੀਂ ਕਿ ਜਿਵੇਂ ਰਾਹ GT ਰੋਡ 'ਤੇ 15-15 ਫੁੱਟ ਡੂੰਘੇ ਟੋਏ ਪਾ ਦਿੱਤੇ ਗਏ, ਵੱਡੇ ਵੱਡੇ ਬੋਲਡਰ ਸੁੱਟ ਦਿੱਤੇ ਗਏ, ਤਾਰਾਂ ਲਾਤੀਆਂ, ਜਿਵੇਂ ਬਾਰਡਰ 'ਤੇ ਲੱਗੀਆਂ, ਪਾਕਿਸਤਾਨ ਦੀ ਬਾਰਡਰ 'ਤੇ ਚੀਨ ਦੀ ਬਾਰਡਰ 'ਤੇ ਲੱਗੀਆਂ, ਜਿਵੇਂ ਬਾਹਰਲੇ ਮੁਲਕ ਨਾਲ ਜੰਗ ਲੜਨੀ ਹੋਵੇ। ਸੋ ਜਿਹੜੇ ਇੱਦਾਂ ਦੇ ਕਦਮ ਹੈਗੇ, ਇੱਕ ਜਾਬਰ ਸਰਕਾਰੀ ਚੁੱਕ ਸਕਦੀ ਹੈ, ਜਿਹੜਾ ਲੋਕਾਂ ਨਾਲ ਕੋਈ ਹਿੱਤ ਨਹੀਂ ਹੈਗਾ, ਜਿਹੜੇ ਕਿਸੇ ਹੋਰ ਹਿੱਤਾਂ ਵਾਸਤੇ ਕੰਮ ਕਰਦੀ ਹੈਗੀ ਹੈ, ਉਹ ਮੋਦੀ ਸਰਕਾਰ ਹੈ ਉਹ ਸਾਰਾ ਕੁਛ ਕਰਦੀ ਪਈ ਹੈ। ਔਰ ਜਿਹੜੀ ਕਾਨੂੰਨਾਂ ਨੂੰ ਕਹਿੰਦੀ ਹੈ ਕਿ ਅਸੀਂ ਹੁਣ ਕਾਨੂੰਨ ਮਤਲਬ ਜਿਹੜੇ ਹੈਗੇ ਆ ਇਹਨਾਂ ਸੋਧਾਂ ਕਰ ਦਿੰਦੇ ਆ, ਇਹ ਸੋਧ ਦਾ ਮਾਮਲਾ ਹੀ ਨਹੀਂ ਹੈਗਾ, ਕਿਉਂਕਿ ਤੁਸੀਂ ਕਿਸਾਨਾਂ ਵਾਸਤੇ ਜੋ ਇੱਕ ਮੌਤ ਦਾ ਜਿਹੜਾ ਸੁਨੇਹਾ ਦਿੱਤਾ ਹੈਗਾ, ਇਹ ਤਾਂ ਕਾਨੂੰਨ ਰੱਦ ਕਰਕੇ ਹੀ ਖਤਮ ਹੋਣਾ ਹੈਗਾ ਹੈ। ਇਹ ਜਿਹੜਾ ਐਜੀਟੇਸ਼ਨ ਹੈਗੀ ਹੈ, ਕਿਉਂਕਿ ਤੁਸੀਂ ਬਣਾਤਾ ਸੈਪਟਿਕ ਟੈਂਕ, ਤੁਸੀਂ ਕਹਿੰਦੇ ਅਸੀਂ ਸੈਪਟਿਕ ਟੈਂਕ ਨੂੰ ਠੀਕ ਕਰ ਦਿੰਦੇ, ਤਰਮੀਮ ਕਰ ਦਿੰਦੇ, ਸਾਨੂੰ ਚਾਹੀਦਾ ਹੈਗਾ ਵਾਟਰ ਟੈਂਕ। ਸੋ ਸੈਪਟਿਕ ਟੈਂਕ ਤੋਂ ਵਾਟਰ ਟੈਂਕ ਨਹੀਂ ਬਣ ਸਕਦਾ ਹੈਗਾ, ਸੈਪਟਿਕ ਟੈਂਕ ਨੂੰ ਢਾਹ ਕੇ ਹੀ ਵਾਟਰ ਟੈਂਕ ਖੜਾ ਹੋ ਸਕਦਾ, ਤੇ ਉਹਦਾ ਡਿਜ਼ਾਈਨ ਨਹੀਂ ਬਦਲ ਸਕਦਾ। ਸੈਪਟਿਕ ਟੈਂਕ ਹੋਰ ਚੀਜ਼ ਹੈ, ਵਾਟਰ ਟੈਂਕ ਹੋਰ ਚੀਜ਼ ਹੈ। ਸਾਨੂੰ ਜ਼ਿੰਦਗੀ ਵਾਟਰ ਟੈਂਕ 'ਚੋਂ ਮਿਲਣੀ ਹੈਗੀ ਅਤੇ ਮੌਤ ਮਿਲਦੀ ਸੈਪਟਿਕ ਟੈਂਕ 'ਚੋਂ। ਤੁਸੀਂ ਬਣਾਤਾ ਸੈਪਟਿਕ ਟੈਂਕ ਅਤੇ ਕਹਿੰਦੇ ਅਸੀਂ ਇਹਨੂੰ ਬਦਲ ਲੈਂਦੇ ਹਾਂ, ਇਹਦਾ ਢਾਂਚਾ ਬਦਲ ਲੈਂਦੇ ਹਾਂ, ਇਹਦਾ ਮਤਲਬ ਅਸੀਂ ਥੋੜ੍ਹਾ ਇਹਨੂੰ ਭੰਨ ਤੋੜ। ਇਹ ਤਰੀਕਾ ਬੜਾ ਖਤਰਨਾਕ ਹੈ ਔਰ ਬੜਾ ਭੁਲੇਖਾ ਬਹੁਤ ਤਰੀਕਾ ਹੈਗਾ ਜੀ। ਬਿਲਕੁਲ ਇਹ ਤਰੀਕਾ ਬੜਾ ਭੁਲੇਖਾ ਪਾਉ ਹੈ, ਇਸ ਨੂੰ ਮਨਜ਼ੂਰ ਕਰਨਾ ਕਤਈ ਨਹੀਂ ਹੈਗਾ। ਲੇਕਿਨ ਜੇਕਰ ਗੱਲ ਕੀਤੀ ਜਾਵੇ ਕਿ ਤੁਸੀਂ ਡਾਕਟਰੀ ਪੇਸ਼ੇ ਨਾਲ ਵੀ ਬਿਲੋਂਗ ਕਰਦੇ ਹੋ, ਤੁਸੀਂ ਮਰੀਜ਼ਾਂ ਦੀ ਸੇਵਾ ਕਰਦੇ ਹੋ, ਤੁਸੀਂ ਕਿਸਾਨੀ ਸੰਘਰਸ਼ ਦੇ ਵਿੱਚ ਵੀ ਕਈ ਦਿਨ ਸੇਵਾ ਕੀਤੀ ਹੈ, ਕਿਸਾਨਾਂ ਨੂੰ ਕਿਹੋ ਜਿਹੀਆਂ ਦਿੱਕਤਾਂ ਆ ਰਹੀਆਂ, ਕਿਹੋ ਜਿਹੀਆਂ ਬਿਮਾਰੀਆਂ ਸਾਹਮਣੇ ਆ ਰਹੀਆਂ ਨੇ? ਜੋ ਕਿਸਾਨਾਂ ਸੰਘਰਸ਼ ਇਕੱਲਾ ਕਿਸਾਨਾਂ ਸੰਘਰਸ਼ ਨਹੀਂ, ਇਹ ਸਾਰੇ ਪੰਜਾਬ ਦੇ ਲੋਕਾਂ ਦਾ, ਰੈਦਰ ਸਾਰੇ ਹਿੰਦੁਸਤਾਨ ਦੇ ਲੋਕਾਂ ਦਾ, ਔਰ ਜੇ ਹੋਰ ਵੱਧ ਕਹਿਣਾ ਹੋਵੇ ਤਾਂ ਹਰ ਇੱਕ ਬੰਦੇ ਦਾ ਸੰਘਰਸ਼ ਹੈ, ਕਿਉਂਕਿ ਕਿਸਾਨੀ ਸੰਘਰਸ਼ ਦਾ ਅਸਰ ਜਿਹੜਾ ਹੈਗਾ ਉਹ ਹਰ ਇੱਕ ਬੰਦੇ 'ਤੇ ਪੈਣਾ ਹੈਗਾ। ਮੈਨੂੰ ਕਹਿਣ 'ਚ ਕੋਈ ਹਿਚਕਚਾਹਟ ਨਹੀਂ ਹੈਗੀ ਕਿ ਜੇਕਰ ਅੰਬਾਨੀਆਂ ਅਡਾਨੀਆਂ ਕੋਲ ਜਿਹੜੀ ਤੀਜੀ ਮੱਦ ਹੈਗੀ ਹੈ, ਐਸੈਂਸ਼ੀਅਲ ਕਮੋਡਿਟੀ ਐਕਟ ਤੀਜਾ ਕਾਨੂੰਨ ਹੈ, ਜੇ ਉਹ ਲਾਗੂ ਹੋ ਜਾਂਦਾ ਹੈਗਾ ਤਾਂ ਜੋ ਉਹਨਾਂ ਨੂੰ ਭੰਡਾਰਨ ਦੀ ਅਤੇ ਉਹਨਾਂ ਨੂੰ ਆਪਣੀ ਮਰਜ਼ੀ ਮੁਤਾਬਕ ਵੇਚਣ ਦੀ, ਮੁਨਾਫੇ ਖੱਟਣ ਦੀ ਜੋ ਇੱਕ ਸੁਵਿਧਾ ਪ੍ਰਦਾਨ ਕੀਤੀ ਜਾ ਰਹੀ ਹੈਗੀ, ਇਹਦੇ ਨਾਲ ਜਿਹੜੀ ਕਣਕ ਅੱਜ ਆਟਾ 25 ਰੁਪਏ ਕਿਲੋ ਵਿਕ ਰਿਹਾ, ਇਹ ਆਉਣ ਵਾਲੇ ਹੋ ਸਕਦਾ 4-5 ਸਾਲ 'ਚ ਆਟਾ 100 ਰੁਪਏ ਕਿਲੋ ਤੱਕ ਵਿਕ ਜਾਵੇ, ਅਤੇ ਉਹ 'ਚ ਮਾਰਿਆ ਕੌਣ ਜਾਣਾ? ਗਰੀਬ ਮਜ਼ਦੂਰ, ਗਰੀਬ ਕਿਸਾਨ, ਰੇਹੜੀ ਵਾਲਾ, ਰਿਕਸ਼ੇ ਵਾਲਾ, ਜਾਂ ਜੋ ਸ਼ਹਿਰੀ ਵਰਗ ਹੈ ਜਾਂ ਮਜ਼ਦੂਰ ਵਰਗ ਹੈ, ਉਹ ਸਾਰਾ ਮਾਰਿਆ ਜਾਊਗਾ। ਕਿਸਾਨ ਤਾਂ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਖਾਣ ਜੋਗਾ ਪੈਦਾ ਕਰ ਲਊਗਾ। ਦੇਖੋ ਕਿਸਾਨੀ ਇੱਕ ਇੰਨਾ ਇੱਕ ਮਹੱਤਵਪੂਰਨ ਕਿੱਤਾ ਹੈਗਾ ਹੈ ਕਿ ਮੈਂ ਕਿਤੇ ਪੜ੍ਹ ਰਿਹਾ ਸੀਗਾ ਕਿ ਤੁਹਾਨੂੰ ਡਾਕਟਰ ਦੀ ਕਦੀ ਕਦੀ ਲੋੜ ਪੈਂਦੀ ਹੈ, ਤੁਹਾਨੂੰ ਵਕੀਲ ਦੀ ਕਦੀ ਕਦੀ ਲੋੜ ਪੈਂਦੀ ਹੈ, ਤੁਹਾਨੂੰ ਆਰਕੀਟੈਕਟ ਦੀ ਮਕਾਨ ਬਣਾਉਣ ਨੂੰ ਜ਼ਿੰਦਗੀ ਇੱਕ ਦੋ ਵਾਰ ਲੋੜ ਪੈਂਦੀ ਹੈ, ਇੱਕ ਵਾਰ ਲੋੜ ਪੈਂਦੀ ਹੈਗੀ ਹੈ, ਤੁਹਾਨੂੰ ਭਾਈ ਨੂੰ ਜਾਂ ਪੰਡਤ ਨੂੰ ਬੁਲਾਉਣ ਦੀ ਮਹੀਨੇ 'ਚ ਮਤਲਬ ਸਾਲ 'ਚ ਜਾਂ ਕਹ ਲਓ ਖੰਡ ਪਾਠ ਕਰਾਉਣਾ ਇੱਕ ਵਾਰ ਲੋੜ ਪੈਂਦੀ, ਜਾਂ ਵਿਆਹਾਂ 'ਤੇ ਮਰਨ 'ਤੇ ਲੋੜ ਪੈਂਦੀ ਹੈ, ਪਰ ਤੁਹਾਨੂੰ ਕਿਸਾਨ ਦੀ ਦਿਨ 'ਚ 3 ਟਾਈਮ ਸਵੇਰੇ ਦੁਪਹਿਰੇ ਸ਼ਾਮੀ ਉਹਦੀ ਲੋੜ ਪੈਂਦੀ ਹੈਗੀ। ਇੱਕ ਅਜਿਹੇ ਮਹੱਤਵਪੂਰਨ ਤੁਸੀਂ ਵਿਅਕਤੀ ਨੂੰ, ਇੱਕ ਮਹੱਤਵਪੂਰਨ ਵਰਗ ਨੂੰ, ਇੱਕ ਮਹੱਤਵਪੂਰਨ ਜਮਾਤ ਨੂੰ ਤੁਸੀਂ ਮਲੀਆ ਮੇਟ ਕਰਦੇ ਤੁਲੇ ਹੋਏ ਹੋ, ਉਹਦਾ ਜ਼ਿੰਦਗੀ ਹੋਣ 'ਚ ਖਤਰੇ ਪਾ ਰਹੇ ਹੋ, ਉਹਦੀ ਜ਼ਮੀਨ ਨਾਲ ਰਿਸ਼ਤਾ ਤੋੜਨ ਨੂੰ ਫਿਰਦੇ ਹੋ ਕਾਰਪੋਰੇਟ ਫਾਰਮਿੰਗ ਕਰਕੇ ਜਾਂ ਠੇਕੇਦਾਰੀ ਫਾਰਮਿੰਗ ਕਰਕੇ, ਕੰਟਰੈਕਟ ਫਾਰਮਿੰਗ ਕਰਕੇ। ਇਹ ਕਿੰਨਾ ਬੜਾ ਜ਼ੁਲਮ ਹੈਗਾ। ਤੁਸੀਂ ਬੜੀ ਮਹੱਤਵਪੂਰਨ ਗੱਲ ਕੀਤੀ ਹੈ ਕਿ 3 ਟਾਈਮ ਕਿਸਾਨ ਦੀ ਜ਼ਰੂਰਤ ਪੈਂਦੀ ਹੈ ਹਰੇਕ ਇਨਸਾਨ ਨੂੰ। ਰੋਟੀ ਤਾਂ ਮੋਦੀ ਸਾਹਿਬ ਵੀ ਖਾਂਦੇ ਹੋਣਗੇ। ਐਗਜ਼ੈਕਟਲੀ, ਬਿਲਕੁਲ ਜੀ ਬਿਲਕੁਲ, ਸਾਰੇ ਲੀਡਰ ਰੋਟੀ ਖਾਂਦੇ ਨੇ, ਸਾਰੀ ਦੁਨੀਆ ਰੋਟੀ ਖਾਂਦੀ। ਔਰ ਮੈਂ ਕਹਿੰਦਾ ਜਦੋਂ ਇਹ ਬੰਦਾ ਖਾਂਦੇ ਹੁਣ ਚੇਤੇ ਨਹੀਂ ਆਉਂਦਾ
ਚਾਹੀਦਾ? ਹਾਂ ਆਉਣਾ ਚਾਹੀਦਾ ਪਰ ਕੁਝ ਲੋਕੀ ਪੱਥਰ ਦਿਲ ਹੁੰਦੇ ਨੇ, ਉਹਨਾਂ 'ਤੇ ਕੋਈ ਅਸਰ ਨਹੀਂ ਪੈਂਦਾ। ਜਿਸ ਮਕਸਦ ਵਾਸਤੇ ਬਣੇ ਹੁੰਦੇ ਨੇ, ਆਪਣੇ ਮਕਸਦ ਦੀ ਪੂਰਤੀ ਲਈ ਉਹ ਦਿਨ ਰਾਤ ਕੰਮ ਕਰਦੇ ਨੇ। ਉਹਨਾਂ 'ਚ ਮੋਦੀ ਸਾਹਿਬ ਵੀ ਹੈਗੇ ਅਤੇ ਹੋਰ ਵੀ ਬਹੁਤ ਸਾਰੇ ਲੀਡਰ ਸਾਹਿਬਾਨ ਹੈਗੇ ਆ ਜੀ। ਬਿਲਕੁਲ ਤੁਸੀਂ ਸਹੀ ਗੱਲ ਕਹੀ। ਕੁਝ ਲੋਕ ਪੱਥਰ ਦਿਲ ਹੁੰਦੇ ਨੇ, ਲੇਕਿਨ ਜੇਕਰ ਗੱਲ ਕੀਤੀ ਜਾਵੇ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ, ਅਸੀਂ ਬੜੇ ਸਨਮਾਨ ਨਾਲ ਉਹਨਾਂ ਨੂੰ ਪ੍ਰਾਈਮ ਮਿਨਿਸਟਰ ਚੁਣਿਆ ਹੈਗਾ, ਸਾਰੀ ਆਵਾਮ ਨੇ ਚੁਣਿਆ ਤਾਂ ਉਹ ਬੈਠੇ ਹੈਗੇ ਨੇ। ਲੇਕਿਨ ਆਵਾਮ ਦੇ ਬਾਰੇ, ਕਿਸਾਨਾਂ ਬਾਰੇ ਸੋਚਣ 'ਚ ਇੰਨੀ ਹਿਚਕਚਾਹਟ ਕਿਉਂ ਹੈ ਕਿ ਉਹਨਾਂ ਦੇ ਅੱਗੇ ਕੋਈ ਐਸੇ ਲੋਕ ਹੈਗੇ ਨੇ ਜਿਹੜੇ ਦੀ ਕਿਹਾ ਉਹਨਾਂ ਨੂੰ ਮੰਨਣਾ ਪੈ ਰਿਹਾ? ਬਿਲਕੁਲ, ਕੌਣ ਨਹੀਂ ਜਾਣਦਾ ਕਿ ਜਿਹੜਾ 14 ਦਾ ਇਲੈਕਸ਼ਨ ਹੈ ਅਤੇ 19 ਦਾ ਇਲੈਕਸ਼ਨ ਹੈ, ਇਹ ਕਿਹੜੇ ਮੋਹਰੀ ਸੀਗੇ, ਕਿਹਨਾਂ ਦੀ ਮਦਦ ਨਾਲ, ਕਿਹਨਾਂ ਦੇ ਜਿਹੜੇ ਬੌਂਡ ਹੈਗੇ ਆ, ਜਿਹਨੂੰ ਹੁਣ ਬੌਂਡ ਦਾ ਨਾਂ ਦੇ ਦਿੱਤਾ ਇਲੈਕਸ਼ਨ ਬੌਂਡਸ, ਕਿਹਨਾਂ ਦੇ ਬੌਂਡ ਆਏ ਨੇ, ਮਤਲਬ ਲੱਖਾਂ ਕਰੋੜਾਂ ਅਰਬਾਂ ਰੁਪਇਆ ਦਾ, ਜਿਹਦੇ ਨਾਲ ਮੋਦੀ ਸਾਹਿਬ ਦੀ ਕੈਂਪੇਨ, ਸਾਰੀ ਭਾਜਪਾ ਦੀ ਕੈਂਪੇਨ ਹਿੰਦੁਸਤਾਨ ਔਰਗਨਾਈਜ਼ ਹੋ ਰਹੀ ਹੈ 14 'ਚ ਵੀ ਅਤੇ 19 'ਚ ਵੀ। ਸੋ ਜਿੰਨੀ ਇਕਨੋਮਿਕ ਉਹਨੇ ਇਨਵੈਸਟਮੈਂਟ ਕੀਤੀ ਹੈ ਮੋਦੀ ਸਾਹਿਬ ਜਾਂ ਭਾਜਪਾ ਸਰਕਾਰ 'ਚ, ਉਹਦੀ ਉਹ ਜਿਹੜੇ ਰਿਟਰਨ ਹੈਗੇ ਉਹ ਭਾਲਦੇ ਪਏ ਹੈ। ਔਰ ਰਿਟਰਨ ਦੀ ਬਾਕੀ ਦੇ ਫੋਰਮਾਂ ਚੱਲ ਗਈਆਂ, ਪਰ ਜਿਹੜੀ ਆਹ ਫੋਰਮੈਟ ਜੋ ਆਹ ਸ਼ਕਲ 'ਚ ਰਿਟਰਨ ਕੀਤਾ ਜਾ ਰਿਹਾ, ਕਿਸਾਨੀ ਦਾ ਗਲਾ ਘੁੱਟ ਕੇ ਉਹਨਾਂ ਨੂੰ ਸੌਂਪਿਆ ਜਾ ਰਿਹਾ ਸਾਰਾ ਖੇਤੀ ਸੈਕਟਰ, ਇਹ ਬੜੇ ਖਤਰਨਾਕ ਰੁਝਾਨ ਹੈ। ਇਹ ਸਾਰੇ ਮੁਲਕ ਨੂੰ ਤਬਾਹ ਕਰ ਦੂਗਾ। ਜੇ ਕਿਸਾਨੀ ਤਬਾਹ ਹੋ ਗਈ, ਪੰਜਾਬ ਤਬਾਹ ਹੋ ਜਾਊਗਾ। ਜੇ ਪੰਜਾਬ ਤਬਾਹ ਹੋ ਗਿਆ, ਹਿੰਦੁਸਤਾਨ ਤਬਾਹ ਹੋ ਜਾਊਗਾ। ਹਿੰਦੁਸਤਾਨ ਤਬਾਹ ਹੋ ਗਿਆ ਤਾਂ ਸਾਰੀ ਮਨੁੱਖਤਾ ਤਬਾਹ ਹੋ ਜਾਊਗੀ। ਐਡਾ ਬੜਾ ਇੱਕ ਘਾਤਕ ਕਦਮ ਹੈਗਾ ਜਿਹਦਾ ਹਰ ਇੱਕ ਪੰਜਾਬੀ ਨੂੰ, ਹਰ ਇੱਕ ਹਰ ਇੱਕ ਵਿਅਕਤੀ ਨੂੰ, ਸਾਰੇ ਦੇਸ਼ ਵਾਸੀਆਂ ਨੂੰ ਵਿਰੋਧ ਕਰਨਾ ਚਾਹੀਦਾ ਜੀ। ਬਿਲਕੁਲ, ਤੁਸੀਂ ਬਹੁਤ ਚੰਗੀ ਤਰ੍ਹਾਂ ਪੰਜਾਬੀ ਨਾਲ ਜੁੜੇ ਹੋਏ, ਪੰਜਾਬੀ ਨਾਲ ਜੁੜੇ ਹੋਏ ਆ। ਤੁਹਾਡੇ ਜ਼ਿਆਦਾਤਰ ਮਰੀਜ਼ ਅਸੀਂ ਜਦੋਂ ਦੇਖਦੇ ਹਾਂ ਪਿੰਡਾਂ 'ਚ ਹੀ ਆਉਂਦੇ ਹਾਂ ਤੁਹਾਡੇ ਕੋਲੇ। ਤੁਹਾਡੀ ਜਿਹੜੀ ਲੈਂਗੁਏਜ ਹੈਗੀ ਹੈ ਉਹ ਵੀ ਦੱਸਦੀ ਹੈ ਕਿ ਤੁਸੀਂ ਪਿੰਡਾਂ ਦੇ ਹੀ ਜੰਮਪਲ ਹੈਗੇ ਹੋ। ਅਤੇ ਇਹ ਸਾਰਾ ਕੁਝ ਦੇਖਦੇ ਹੋ ਤੁਸੀਂ, ਇੱਕ ਬੰਦੇ ਨਾਲ ਜੁੜੇ ਹੋਏ ਆ। ਇਹਦਾ ਜਿਹੜਾ ਪ੍ਰਭਾਵ ਹੈਗਾ, ਮੈਂ ਆਉਣ ਵਾਲੇ ਸਮੇਂ ਦੀ ਗੱਲ ਨਹੀਂ ਕਰਦਾ, ਜਿਹੜਾ ਹੁਣ 3-4 ਮਹੀਨਾ ਦਾ ਚੱਲ ਰਿਹਾ ਸੰਘਰਸ਼ ਹੈ, ਉਹਦਾ ਪ੍ਰਭਾਵ ਕੀ ਰਹੇਗਾ ਇੱਕ ਛੋਟੇ ਕਿਸਾਨ ਦੇ ਉੱਪਰ? ਦੇਖੋ, ਉਹਦਾ ਪ੍ਰਭਾਵ ਛੋਟੇ ਕਿਸਾਨੀ ਤੱਕ ਖਤਮ ਹੋਊਗੀ। ਜਿਹੜੀ ਥੋੜ੍ਹੀ ਵੱਡੀ ਹੈ ਉਹ ਕਾਰਪੋਰੇਟ ਸੈਕਟਰ ਨਾਲ ਮਿਲ ਕੇ ਆਪਣਾ ਵਜੂਦ ਬਚਾ ਸਕਦੀ ਹੈਗੀ ਹੈ। ਜਿਹੜੀ 2.5 ਤੋਂ ਲੈ ਕੇ 5 ਏਕੜ ਤੱਕ ਹੈਗੀ ਹੈ ਉਹ ਸਰਵਾਈਵ ਨਹੀਂ ਕਰੂਗੀ। ਉਹ ਜੇਕਰ ਇਹ ਕਾਨੂੰਨ ਲਾਗੂ ਹੋ ਜਾਂਦੇ ਹੈਗੇ ਹੈ, ਜਾਂ ਤਾਂ ਜਾਊਗੀ ਕਾਰਪੋਰੇਟ ਫਾਰਮਿੰਗ ਵੱਲ, ਜਾਂ ਜਾਊਗੀ ਕੋਆਪਰੇਟਿਵ ਯਾਨੀ ਕਿ ਸਹਿਕਾਰੀ ਖੇਤੀ ਵੱਲ। ਅਤੇ ਸਾਡੀ ਕੋਸ਼ਿਸ਼ ਹੈ ਕਿ ਕਿਸਾਨਾਂ ਨੂੰ ਸਹਿਕਾਰੀ, ਜੇਕਰ ਬਿੱਲਾਂ ਦਾ ਮੰਨ ਲਓ ਸਰਕਾਰ ਨਹੀਂ ਮੰਨਦੀ ਹੈ, ਇਹ ਬਿੱਲ ਲਾਗੂ ਹੁੰਦੇ ਆ, ਅੱਧ-ਵਿਚੱਧੇ ਲਾਗੂ ਹੁੰਦੇ, ਤਰਮੀਮਾਂ ਨਾਲ ਲਾਗੂ ਹੁੰਦੇ ਆ, ਸਾਡੀ ਕੋਸ਼ਿਸ਼ ਇਹ ਚਾਹੀਦੀ ਸਾਰੇ ਪੰਜਾਬੀ ਨੂੰ ਇਕੱਠੇ ਹੋ ਕੇ ਕਿ ਸਰਕਾਰ ਨੂੰ ਮੋਹਰੋਂ ਦੀ ਘੇਰੀਏ ਅਤੇ ਸਹਿਕਾਰੀ ਬਣਾਈਏ ਖੇਤ। ਵੱਟਾਂ ਬੰਨੇ ਤੋੜ ਕੇ ਪਿੰਡ ਦੇ ਸਾਰੇ ਟਰੈਕਟਰ ਵੇਚ ਕੇ 2 ਵੱਡੇ ਟਰੈਕਟਰ ਲਿਆਈਏ, ਸਾਰੀ ਮਸ਼ੀਨਰੀ ਸਾਂਝੀ ਕਰੀਏ, ਆਪ ਮਾਰਕੀਟਿੰਗ ਕਰੀਏ, ਸਾਡਾ ਪਾਕਿਸਤਾਨ ਨਾਲ ਬਾਰਡਰ ਖੁੱਲ੍ਹੇ, ਬਾਘਾ ਬਾਰਡਰ, ਅਤੇ ਸਾਡਾ ਜਿਹੜਾ ਵਪਾਰ ਹੈਗਾ ਉਹ ਜਿਹੜਾ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਹੈ CPEC, ਸਾਨੂੰ ਉੱਥੇ ਤੱਕ ਪਹੁੰਚ ਮਿਲ ਜਾਵੇ। ਅਤੇ ਜਿਹੜਾ ਸੈਂਟਰਲ ਏਸ਼ੀਆ ਹੈਗਾ, ਬਲਕ ਬੁਖਾਰੇ, ਉੱਧਰ ਜਾਈਏ। ਅਤੇ ਜਿਹੜਾ ਮਿਡਲ ਈਸਟ ਹੈਗਾ ਹੈ, ਸਾਊਦੀ ਅਰਬੀਆ, ਸਾਰਾ ਇੱਧਰ ਜਾਈਏ, ਸਾਨੂੰ 30 ਮੁਲਕਾਂ ਨਾਲ ਵਪਾਰ ਮਿਲ ਜਾਵੇ। ਪੰਜਾਬ ਦੀ ਜਿਹੜੀ ਗੁਰਬਤ ਹੈ, ਪੰਜਾਬ ਦਾ ਕਰਜ਼ਾ ਹੈਗਾ, ਪੰਜਾਬ ਦੀ ਕੰਗਾਲੀ ਹੈਗੀ ਹੈ, ਇਹ 5-4 ਸਾਲ ਦੀ ਗੱਲ ਹੈਗੀ। ਆਪਾਂ ਮੁੜ ਕੇ ਫਿਰ 1 ਨੰਬਰ ਸੂਬਾ ਨਹੀਂ ਬਣਾਂਗੇ, ਬਲਕਿ ਸਾਡਾ ਪੰਜਾਬ ਇਸ ਗੱਲ ਦੇ ਕਾਬਲ ਹੈ। ਸਾਡੇ ਪੰਜਾਬ ਦੇ ਲੋਕ ਇੰਨੇ ਉੱਦਮੀ ਹੈਗੇ, ਇੰਨੇ ਮਤਲਬ ਇਨੋਵੇਟਿਵ ਹੈਗੇ, ਇੰਨੇ ਸੂਝਵਾਨ ਹੈਗੇ ਆ ਕਿ ਅਸੀਂ ਆਪਣੇ ਪੰਜਾਬ ਨੂੰ ਮੁੜ ਕੇ ਦੀ ਖੁਸ਼ੀ ਹੋਈ ਕਲਗੀ ਹੈਗੀ ਉਹ ਪੰਜਾਬ ਦੇ ਸਿਰ 'ਤੇ ਸਜਾ ਲਵਾਂਗੇ ਜੀ। ਬਿਲਕੁਲ, ਤੁਸੀਂ ਬੜੀ ਵਧੀਆ ਗੱਲ ਕੀਤੀ ਹੈਗੀ ਹੈ। ਜੇਕਰ ਅਸੀਂ ਗੱਲ ਕਰੀਏ ਕਿ ਤੁਸੀਂ ਬਹੁਤ ਵਧੀਆ ਰਾਹ ਦੱਸਦਾ ਕਿ ਪੰਜਾਬ ਦੀ ਜਿਹੜੀ ਕੰਗਾਲੀ ਖਤਮ ਹੋ ਸਕਦੀ ਹੈ। ਇੱਕ ਗੱਲ ਤੁਸੀਂ ਬੜੀ ਵਾਰੀ ਕਹੀ ਹੈ ਕਿ ਪੰਜਾਬ ਦੇ ਵਿੱਚ ਖੇਤੀ ਜਿਹੜੀ ਆ ਅਫੀਮ ਦੀ ਪੋਸਤ ਦੀ ਹੋਣੀ ਚਾਹੀਦੀ ਹੈ। ਤੁਸੀਂ ਲੈਟਰ ਵੀ ਲਿਖ ਕੇ ਭੇਜਿਆ ਸੀਗਾ। ਜੇ ਇੱਦਾਂ ਦੇ ਕਾਨੂੰਨ ਆ ਰਹੇ ਨੇ, ਕੀ ਪੂਰੇ ਭਾਰਤ ਦੇ ਵਿੱਚ ਉਹਦੀ ਖਰੀਦੋ ਫਰੋਖਤ ਖੋਲ੍ਹਣਗੇ? ਨਹੀਂ, ਕਦੇ ਨਹੀਂ ਖੋਲ੍ਹਣਗੇ ਜੀ, ਕਿਉਂਕਿ ਜਿਹੜਾ ਮਾਫੀਆ ਰਾਜ ਹੈਗਾ, ਮਾਫੀਆ ਚੱਲਦਾ ਹੀ ਤਾਂ ਹੈ ਕਿਉਂਕਿ ਬੈਨ ਹੈਗਾ। ਜੇ ਬੈਨ ਨਾ ਹੋਵੇ, ਮਾਫੀਆ ਅੱਜ ਬੈਨ ਚੁੱਕ ਦਿਓ, ਕੱਲ੍ਹ ਨੂੰ ਮਾਫੀਆ ਮਰ ਜਾਊਗਾ। ਸੋ ਜਿਸ ਚੀਜ਼ 'ਤੇ ਬੈਨ ਹੈ ਉਹਦਾ ਮਾਫੀਆ ਪੈਦਾ ਹੋਣਾ ਹੀ ਹੋਣਾ ਹੈਗਾ। ਸੋ ਇਸ ਕਰਕੇ ਇੱਕ ਜਿਹੜਾ ਮਾਫੀਆ ਰਾਜ ਹੈਗਾ ਉਹ ਇਜਾਜ਼ਤ ਨਹੀਂ ਦਿੰਦਾ ਕਿ ਜਿਹੜੀ ਹੁਣ ਜਿਵੇਂ ਅਮਰੀਕਾ 'ਚ ਕੀ ਹੈ, ਕੈਨੇਡਾ 'ਚ ਕੀ ਹੋਇਆ, ਕੈਨੇਡਾ ਭੰਗ ਖੋਲ੍ਹਤੀ, ਮਾਫੀਆ ਮਰ ਗਿਆ। ਅਤੇ ਹੁਣ ਗੌਰਮੈਂਟ ਸਟੋਰਾਂ ਦੇ ਕਾਰਡ ਦਿਖਾ ਕੇ ਆਪਣੀ ਜਿੰਨੀ ਲੋੜ ਤੁਹਾਨੂੰ ਨਹੀਂ ਭੰਗ ਲੈ ਲਓ, ਜਿੰਨੀ ਤੁਹਾਨੂੰ ਡਾਕਟਰ ਨੇ ਇਜਾਜ਼ਤ ਦਿੱਤੀ ਹੋਈ ਹੈਗੀ। ਇਵੇਂ ਅਮਰੀਕਾ ਨੇ ਕੀਤਾ। ਉਹਨੇ ਕਿਹਾ ਹਰ ਬੰਦਾ ਆਪਣੇ ਘਰ ਦੇ ਪਿਛਵਾੜੇ 'ਚ 5 ਤੋਂ ਲੈ ਕੇ 35 ਬੂਟੇ ਭੰਗ ਦੇ ਆਪਣੀ ਲੋੜ ਮੁਤਾਬਕ ਲਾ ਸਕਦਾ, ਉਹ ਆਪਣੀ ਲੋੜ ਦਾ ਭੰਗ ਪੈਦਾ ਕਰ ਸਕਦਾ। ਕੈਨੇਡਾ 'ਚ ਹਰ ਘਰ 'ਚ ਪਿਛਵਾੜੇ ਪਿਛਲੇ ਪਾਸੇ ਨਿੱਕੇ ਡਿਸਟਿਲਰੀਆਂ ਤੁਹਾਨੂੰ ਲਾਉਣ ਦੀ ਇਜਾਜ਼ਤ, ਆਪਣੀ ਬੋਤਲਾਂ ਕੱਢਣ ਦੀ ਇਜਾਜ਼ਤ ਹੈਗੀ ਹੈ। ਸੋ ਜੇ ਇੰਨਾ ਖੁੱਲ੍ਹਾ ਰਾਜ ਹੋਊਗਾ ਤਾਂ ਉੱਥੇ ਕੰਮ ਕੀ ਹੈ ਮਾਫੀਆ ਦਾ? ਮੁਨਾਫਾ ਅਰਬਾਂ ਖਰਬਾਂ ਰੁਪਏ ਦਾ। ਜਿਹੜੇ ਸਿਆਸਤਦਾਨ ਹੈਗੇ, ਵੱਡੇ ਪੁਲਿਸ ਅਫਸਰ ਹੈਗੇ, ਸਾਰੇ ਨਹੀਂ ਮੈਂ ਕਹਿੰਦਾ, ਉਹਨਾਂ 'ਚ ਵੱਡਾ ਹਿੱਸਾ ਸ਼ਾਮਲ ਹੈਗਾ, ਤਾਂ ਉਹਨਾਂ ਦਾ ਸਾਰਾ ਕਾਰੋਬਾਰ ਠੱਪ ਹੋ ਜਾਊਗਾ। ਇਹ ਕਦੇ ਨਹੀਂ ਕਰਨਗੇ ਜੀ। ਸੋ ਜਾਂਦੇ ਇੱਕ ਲਾਸਟ ਕੁਐਸਚਨ ਕਰਾਂਗਾ। ਮੈਂ ਡਾਕਟਰ ਧਰਮਵੀਰ ਗਾਂਧੀ ਨੂੰ ਜਿੰਨਾ ਕੁ ਜਾਣਦਾ ਹੈਗਾ, ਡਾਕਟਰ ਧਰਮਵੀਰ ਗਾਂਧੀ ਬਹੁਤ ਵਧੀਆ ਗਜ਼ਲਾਂ ਵੀ ਗਾਉਂਦੇ ਹੈਗੇ ਨੇ। ਤੁਸੀਂ ਪੰਜਾਬ ਨਾਲ ਜੁੜੇ ਹੋਏ ਬਹੁਤ ਗਜ਼ਲਾਂ ਗਾਈਆਂ ਨੇ। ਇਸ ਮੌਕੇ 'ਤੇ ਕੋਈ ਗਜ਼ਲ ਜਾਂ ਗੀਤ ਯਾਦ ਆਉਂਦਾ ਜੋ ਕਿ ਸਰਕਾਰ ਦੇ ਕੰਨਾਂ ਤੱਕ ਪੈ ਸਕੇ?
ਦੇਖੋ ਗੀਤ ਤਾਂ ਸੰਤ ਰਾਮਦਾਸੀ ਦਾ ਇੱਕ ਗੀਤ ਛੋਟਾ ਹੁੰਦਾ ਗਾਣਾ ਹੁੰਦਾ ਸੀਗਾ, ਉਹਦੀ ਤੁਹਾਨੂੰ ਇੱਕ ਲਾਈਨ ਸੁਣਾਉਣਾ। ਜੀ ਦਿੱਲੀਏ ਦਿਆਲਾ ਦੇਖ ਦੇਗ ਚ ਉਬਲਦਾ ਨੀ, ਅਜੇ ਤੇਰਾ ਦਿਲ ਨਾ ਠਰੇ। ਦਿੱਲੀਏ ਦਿਆਲਾ ਦੇਖ ਦੇਗ ਚ ਉਬਲਦਾ ਨੀ, ਅਜੇ ਤੇਰਾ ਦਿਲ ਨਾ ਠਰੇ। ਖੇਤਾਂ ਵਿੱਚੋਂ ਚੱਲੇ ਹੋਏ ਪੁੱਤ ਨੇ ਬਹਾਦਰਾਂ ਦੇ, ਖੇਤਾਂ ਵਿੱਚੋਂ ਚੱਲੇ ਹੋਏ ਪੁੱਤ ਨੇ ਬਹਾਦਰਾਂ ਦੇ, ਤੇਰੇ ਮੈਲੀ ਵੜ ਕੇ ਵੜੇ। ਦਿੱਲੀਏ ਦਿਆਲਾ ਦੇਖ। ਬਿਲਕੁਲ ਜੀ, ਬਹੁਤ ਵਧੀਆ ਜਿਹੜੇ ਲਫ਼ਜ਼ ਨੇ, ਹਾਲਾਂਕਿ ਇਹ ਪੁਰਾਣੇ ਸਮੇਂ ਦੇ ਲਫ਼ਜ਼ ਨੇ ਲੇਕਿਨ ਅੱਜ ਬਿਲਕੁਲ ਸਹੀ ਸਟੀਕ ਹੋ ਰਹੇ ਨੇ ਕਿ ਦਿੱਲੀ ਇਹ ਦਿਆਲਾ ਵੇਖ। ਬਿਲਕੁਲ ਦਿੱਲੀ ਤੋਂ ਦੇਖ ਤਾਂ ਸਹੀ ਤੇਰੇ ਤੱਕ ਪਹੁੰਚ ਗਏ ਨੇ, ਹੁਣ ਤੂੰ ਕੁਛ ਤਾਂ ਸੁਣ। ਦਿੱਲੀ ਨੂੰ ਜਿੱਥੇ ਪੰਜਾਬੀਆਂ ਨੇ 19 ਵਾਰੀ ਫਤਿਹ ਕੀਤਾ, ਲੱਗਦਾ ਹੁਣ 20ਵੀਂ ਵਾਰੀ ਵੀ 2020 ਦੇ ਵਿੱਚ ਫਤਿਹ ਹੋਏਗੀ, ਕਿਉਂਕਿ ਕਿਸਾਨਾਂ ਦੇ ਜਿਹੜੇ ਦ੍ਰਿੜ ਨਿਸ਼ਚੇ ਨੇ ਉਹਦੇ ਨਾਲ ਨਾਲ ਹੁਣ ਗੁਰ ਕੀ ਲਾਡਲੀਆਂ ਫੌਜਾਂ ਵੀ ਅਤੇ ਨਾਲ ਹੀ ਪੰਜਾਬ ਦੇ ਮਹਾਰਾਸ਼ਟਰ, ਹਰਿਆਣਾ, ਹਿਮਾਚਲ ਸਾਰੇ ਆ ਜੁੜੇ ਨੇ। ਸੋ ਕਿਸਾਨੀ ਜਿਹੜੀ ਹੈਗੀ ਆ ਹੁਣ ਪੂਰੇ ਭਾਰਤ ਦੇ ਵਿੱਚ ਇੱਕ ਬਲ ਬਣ ਕੇ ਉੱਭਰੀ ਆ, ਜਿਹਦੇ ਅੱਗੇ ਸਰਕਾਰ ਦਾ ਖੜਨਾ ਮੁਸ਼ਕਿਲ ਲੱਗਦਾ ਹੈ। ਪਰੰਤੂ ਸਰਕਾਰਾਂ ਅੜੀਆਂ ਕਿਉਂ ਹੋਈਆਂ ਨੇ ਇਹ ਸਮਝ ਨਹੀਂ ਆਉਂਦਾ ਹੈਗਾ। ਜਿਹੜੀ ਚੀਜ਼ ਕਿਸਾਨ ਨੂੰ ਚਾਹੀਦੀ ਨਹੀਂ ਜਬਰਨ ਕਿਉਂ ਦਿੱਤੀ ਜਾ ਰਹੀ ਹੈ। ਸੋ ਵੇਖਣਾ ਹੋਏਗਾ ਕਿ ਇਸ ਉੱਪਰ ਨਿਰਣੇ ਕੀ ਹੁੰਦਾ। ਉਦੋਂ ਤੱਕ ਵੇਖਦੇ ਰਹੋ ਸਕਾਈ ਨਿਊਜ਼। ਮੈਨੂੰ ਕਿਰਨ ਵਸਿਸ਼ਠ ਨੂੰ ਅਤੇ ਕੈਮਰਾਮੈਨ ਹਰਪਾਲ ਨੂੰ ਦਿਓ ਇਜਾਜ਼ਤ। ਧੰਨਵਾਦ ਜੀ।